ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਾਰਿਆਂ ਦਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜੀਤ ਕੋਡ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਫੰਕਸ਼ਨਸ ਦੇ ਬਾਰੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਫੰਕਸ਼ਨ ਅਸੀਂ ਯੂਜ਼ ਕਿਉਂ ਕਰਦੇ ਹਾਂ ਤੇ ਫੰਕਸ਼ਨ ਬੇਸਿਕਲੀ ਹੈ ਕੀ ਆ। ਸੋ ਇਸ ਫੰਕਸ਼ਨ ਦੇ ਕਨਸੈਪਟ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਪੋਜ਼ ਕਰੋ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੋ ਨੰਬਰਸ ਦਾ ਸਮ ਕਰਨਾ ਹੈ। ਤੁਸੀਂ ਦੋ ਨੰਬਰਸ ਨੂੰ ਸਮ ਕਰਨ ਦਾ ਇੱਕ ਪ੍ਰੋਗਰਾਮ ਕ੍ਰੀਏਟ ਕਰਨਾ ਹੈ। ਜੇ ਤੁਸੀਂ ਇੱਕ ਵਾਰ ਦੋ ਨੰਬਰਸ ਦਾ ਸਮ ਕਰਨਾ ਹੋਵੇ ਆਪਣੇ ਪ੍ਰੋਗਰਾਮ ਦੇ ਵਿੱਚ ਤਾਂ ਤੁਸੀਂ ਇੱਕ ਸਿੰਪਲ ਜਿਹਾ ਆਪਰੇਸ਼ਨ ਲਿਖੋਗੇ c = a + b। ਬਟ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਕਿ 50 ਟਾਈਮ ਦੋ ਨੰਬਰਸ ਨੂੰ ਸਮ ਕਰਨਾ ਹੈ ਇੱਕ ਪ੍ਰੋਗਰਾਮ ਦੇ ਵਿੱਚ, ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ 50 ਟਾਈਮ c = a + b ਲਿਖੀਏ ਤੇ ਫਿਰ ਕੱਲੇ ਨੰਬਰ ਦਾ ਸਮ ਕਰੀਏ। ਸੋ ਇਸੇ ਹੀ ਪ੍ਰੋਬਲਮ ਨੂੰ ਓਵਰਰਾਈਡ ਕਰਨ ਵਾਸਤੇ ਸਾਡੇ ਕੋਲ ਕਨਸੈਪਟ ਹੁੰਦਾ ਹੈ ਫੰਕਸ਼ਨਸ ਦਾ। ਜਿਵੇਂ ਅਸੀਂ ਆਪਣੇ C ਪ੍ਰੋਗਰਾਮ ਦੇ ਵਿੱਚ printf ਯੂਜ਼ ਕਰਦੇ ਹਾਂ, scanf ਯੂਜ਼ ਕਰਦੇ ਹਾਂ, ਉਹ ਵੀ ਇੱਕ ਫੰਕਸ਼ਨ ਆ ਜਿਹੜੇ ਕਿ stdio.h ਹੈਡਰ ਫਾਈਲ ਦੇ ਵਿੱਚ ਪਹਿਲਾਂ ਤੋਂ ਹੀ ਬਣੇ ਹੋਏ ਨੇ ਤੇ ਅਸੀਂ ਉਹਨਾਂ ਨੂੰ ਸਿੰਪਲੀ ਉਸ ਹੈਡਰ ਫਾਈਲ ਦੇ ਵਿੱਚੋਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਬਟ ਜੇ ਸਾਡੇ ਕੋਲ stdio.h ਹੈਡਰ ਫਾਈਲ ਨਾ ਹੋਵੇ ਤਾਂ ਸਾਡੇ ਕੋਲ printf ਤੇ scanf ਵਰਗੇ ਫੰਕਸ਼ਨਸ ਵੀ ਨਾ ਹੋਣਗੇ, ਤਾਂ ਸਾਨੂੰ ਇੱਕ ਮੈਸੇਜ ਨੂੰ ਪ੍ਰਿੰਟ ਕਰਾਉਣ ਵਾਸਤੇ ਜੋ ਵੀ ਕੋਡ ਲਿਖਣਾ ਹੁੰਦਾ ਹੈ ਉਹ ਸਾਰਾ ਆਪਣੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਲਿਖਣਾ ਪਵੇਗਾ। ਬਟ stdio.h ਹੈਡਰ ਫਾਈਲ ਦੇ ਵਿੱਚ ਪਹਿਲਾਂ ਤੋਂ ਹੀ ਫੰਕਸ਼ਨ ਪ੍ਰੀ ਡਿਫਾਈਨਡ ਨੇ, ਤਾਂ ਅਸੀਂ ਸਿੰਪਲੀ ਆਪਣੀ ਹੈਡਰ ਫਾਈਲ ਨੂੰ ਇਨਕਲੂਡ ਕਰਕੇ ਆਪਣੇ ਪ੍ਰੋਗਰਾਮ ਦੇ ਵਿੱਚ ਉਸ ਨੂੰ ਯੂਜ਼ ਕਰ ਸਕਦੇ ਹਾਂ। ਇਹੀ ਬੈਨੀਫਿਟ ਆ ਫੰਕਸ਼ਨਸ ਦਾ। ਸੋ ਜਿਹੜੇ stdio.h ਦੇ ਵਿੱਚ ਫੰਕਸ਼ਨ ਨੇ ਉਹ ਤਾਂ ਪ੍ਰੀ ਡਿਫਾਈਨਡ ਫੰਕਸ਼ਨ ਨੇ, ਬਟ ਆਪਾਂ ਯੂਜ਼ਰ ਡਿਫਾਈਨਡ ਫੰਕਸ਼ਨ ਵੀ ਬਣਾ ਸਕਦੇ ਹਾਂ। ਮੀਨਸ ਕਿ ਆਪਣਾ ਖੁਦ ਦਾ ਇੱਕ ਫੰਕਸ਼ਨ ਵੀ ਅਸੀਂ ਬਣਾ ਸਕਦੇ ਹਾਂ। ਸੋ ਜਿਵੇਂ ਕਿ ਅਸੀਂ ਪਹਿਲਾਂ ਐਗਜ਼ਾਮਪਲ ਦੇ ਵਿੱਚ ਗੱਲ ਕੀਤੀ ਕਿ ਅਸੀਂ ਦੋ ਨੰਬਰਸ ਦਾ ਸਮ ਕਰਾਉਣਾ, ਤਾਂ ਅਸੀਂ ਆਪਣਾ ਇੱਕ ਸਮ ਨਾਮ ਦਾ ਫੰਕਸ਼ਨ ਵੀ ਕ੍ਰੀਏਟ ਕਰ ਸਕਦੇ ਹਾਂ। ਸੋ ਮੈਂ ਹੋਪ ਕਰਦਾ ਕਿ ਤੁਹਾਨੂੰ ਜਿਹੜਾ ਫੰਕਸ਼ਨ ਦਾ ਕਨਸੈਪਟ ਆ ਉਹ ਥੋੜਾ ਬਹੁਤ ਕਲੀਅਰ ਹੋਇਆ ਹੋਵੇਗਾ। ਬਾਕੀ ਜੇ ਨਹੀਂ ਕਲੀਅਰ ਹੋਇਆ ਤਾਂ ਅਸੀਂ ਕੋਡ ਦੇ ਵਿੱਚ ਹਰੇਕ ਚੀਜ਼ ਨੂੰ ਡਿਟੇਲ ਦੇ ਵਿੱਚ ਦੇਖਾਂਗੇ, ਤਾਂ ਜ਼ਰੂਰ ਤੁਹਾਨੂੰ ਹਰੇਕ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਜਾਵੇਗਾ। ਸੋ ਹੁਣ ਦੇਖ ਲੈਂਦੇ ਆ ਕਿ ਫੰਕਸ਼ਨ ਨੂੰ ਕ੍ਰੀਏਟ ਕਰਨ ਦੇ ਸਟੈਪਸ ਕੀ ਨੇ। ਸੋ ਸਭ ਤੋਂ ਪਹਿਲੇ ਸਟੈਪ ਦੇ ਵਿੱਚ ਆਉਂਦਾ ਹੈ ਜੀ ਡੈਕਲੇਰੇਸ਼ਨ। ਠੀਕ ਹੈ, ਡੈਕਲੇਰੇਸ਼ਨ ਮੀਨਸ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਦੱਸਣਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਇਸ ਐਗਜ਼ੀਕਿਊਸ਼ਨ ਦੇ ਵਿੱਚ ਇੱਕ ਫੰਕਸ਼ਨ ਹੈਗਾ। ਠੀਕ ਹੈ, ਉਸ ਤੋਂ ਬਾਅਦ ਸੈਕੰਡ ਸਟੈਪ ਹੁੰਦਾ ਹੈ ਕਾਲਿੰਗ ਦਾ, ਕਿ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚ ਆਪਣੇ ਫੰਕਸ਼ਨ ਨੂੰ ਕਾਲ ਕਰਨਾ ਹੈ। ਕਿ ਜੇ ਅਸੀਂ ਦੋ ਨੰਬਰਸ ਦਾ ਸਮ ਕਰਵਾਉਣਾ ਚਾਹੁੰਦੇ ਆ ਤੇ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚ ਉਸ ਫੰਕਸ਼ਨ ਨੂੰ ਕਾਲ ਹੀ ਨਹੀਂ ਕਰਾਵਾਂਗੇ ਤਾਂ ਸਾਡਾ ਜਿਹੜਾ ਫੰਕਸ਼ਨ ਆ ਉਹ ਕਿਵੇਂ ਕੰਮ ਕਰੇਗਾ। ਤੇ ਥਰਡ ਸਟੈਪ ਹੈ ਜਿਹੜਾ ਉਹ ਹੁੰਦਾ ਜੀ ਫੰਕਸ਼ਨ ਡੈਫੀਨੇਸ਼ਨ। ਡੈਫੀਨੇਸ਼ਨ ਮੀਨਸ ਕਿ ਅਸੀਂ ਆਪਣੇ ਫੰਕਸ਼ਨ ਦੇ ਵਿੱਚ ਪੂਰਾ ਉਸ ਨੂੰ ਡਿਫਾਈਨ ਕਰਨਾ ਹੈ ਕਿ ਇਸ ਫੰਕਸ਼ਨ ਦੇ ਕੋਲੋਂ ਅਸੀਂ ਕਰਾਉਣਾ ਕੀ ਚਾਹੁੰਦੇ ਆ। ਜਿਵੇਂ ਕਿ ਅਸੀਂ ਸਮ ਕਰਾਉਣਾ ਚਾਹੁੰਦੇ ਆ, ਦੋ ਨੰਬਰਸ ਦਾ ਸਮ ਕਰਾਉਣ ਵਾਸਤੇ ਜਿੰਨਾ ਵੀ ਕੋਡ ਆ, ਠੀਕ ਹੈ, ਭਾਵੇਂ ਉਹ ਇੱਕ ਲਾਈਨ ਦਾ ਵਾ, ਭਾਵੇਂ ਉਹ ਦੋ ਲਾਈਨ ਦਾ, ਭਾਵੇਂ ਉਹ ਮਲਟੀਪਲ ਲਾਈਨਸ ਦਾ ਵਾ, ਉਸ ਕੋਡ ਨੂੰ ਸਾਨੂੰ ਆਪਣੇ ਫੰਕਸ਼ਨ ਦੇ ਵਿੱਚ ਰਾਈਟ ਕਰਨਾ ਪਵੇਗਾ। ਸੋ ਹੁਣ ਚੱਲਦੇ ਆ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ ਤੇ ਕੋਡ ਦੇ ਵਿੱਚ ਦੇਖਦੇ ਆ ਕਿ ਅਸੀਂ ਕਿਵੇਂ ਆਪਣੇ ਇੱਕ ਫੰਕਸ਼ਨ ਨੂੰ ਡਿਕਲੇਅਰ ਕਰ ਸਕਦੇ ਆ, ਕਿਵੇਂ ਆਪਣੇ ਫੰਕਸ਼ਨ ਨੂੰ ਕਾਲ ਕਰ ਸਕਦੇ ਆ ਤੇ ਕਿਵੇਂ ਆਪਣੇ ਫੰਕਸ਼ਨ ਨੂੰ ਕ੍ਰੀਏਟ ਕਰ ਸਕਦੇ ਆ ਤੇ ਕਿਵੇਂ ਉਸ ਨੂੰ ਯੂਜ਼ ਕਰ ਸਕਦੇ ਆ। ਸੋ ਬਿਨਾਂ ਟਾਈਮ ਵੇਸਟਿੰਗ ਦੇ ਚੱਲਦੇ ਆ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ ਆ ਚੁੱਕੇ ਆ ਤੇ ਇੱਥੇ ਮੈਂ ਆਪਣਾ ਜਿਹੜਾ function.c ਪ੍ਰੋਗਰਾਮ ਆ ਉਸ ਨੂੰ ਕ੍ਰੀਏਟ ਕਰ ਲਿਆ ਤੇ ਮੇਨ ਫੰਕਸ਼ਨ ਸਟਾਰਟ ਕਰ ਲਿਆ ਹੋਇਆ। ਸੋ ਹੁਣ ਦੇਖ ਲੈਂਦੇ ਆ ਕਿ ਫੰਕਸ਼ਨ ਬੇਸਿਕਲੀ ਅਸੀਂ ਕ੍ਰੀਏਟ ਕਿਵੇਂ ਕਰ ਸਕਦੇ ਆ ਆਪਣੇ ਪ੍ਰੋਗਰਾਮ ਦੇ ਅੰਦਰ। ਠੀਕ ਹੈ, ਸੋ ਇੱਥੇ ਤੇ ਮੈਂ ਮੇਨ ਫੰਕਸ਼ਨ ਸਟਾਰਟ ਕੀਤਾ ਹੋਇਆ, ਬਟ ਜਿਹੜੀ ਫੰਕਸ਼ਨ ਦੀ ਡੈਫੀਨੇਸ਼ਨ ਆ ਤੇ ਫੰਕਸ਼ਨ ਦੀ ਡੈਕਲੇਰੇਸ਼ਨ ਆ ਉਹ ਅਸੀਂ ਆਪਣੇ ਮੇਨ ਫੰਕਸ਼ਨ ਤੋਂ ਬਾਹਰ ਕਰਦੇ ਹਾਂ। ਬਸ ਅਸੀਂ ਜਿਹੜੀ ਫੰਕਸ਼ਨ ਦੀ ਕਾਲਿੰਗ ਆ ਉਹੀ ਆਪਣੇ ਮੇਨ ਫੰਕਸ਼ਨ ਦੇ ਅੰਦਰ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਫੰਕਸ਼ਨ ਨੂੰ ਡਿਕਲੇਅਰ ਕਰਦੇ ਹਾਂ। ਠੀਕ ਹੈ, ਮੈਂ ਇੱਥੇ ਕਮੈਂਟ ਦੇ ਵਿੱਚ ਲਿਖ ਦਿੰਦਾ। ਸੋ ਇਸ ਵੀਡੀਓ ਦੇ ਵਿੱਚ ਜਿਹੜਾ ਅਸੀਂ ਫੰਕਸ਼ਨ ਦਾ ਯੂਜ਼ ਆ ਉਹ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਕਰਾਂਗੇ। ਅਸੀਂ ਸਿੰਪਲੀ ਇੱਕ ਪ੍ਰੋਗਰਾਮ ਲਿਖਾਂਗੇ ਕਿ ਜੋ ਕਿ ਇੱਕ ਫੰਕਸ਼ਨ ਨੂੰ ਕਾਲ ਕਰਕੇ ਇੱਕ ਸਟ੍ਰਿੰਗ ਮੀਨਸ ਕਿ ਇੱਕ ਮੈਸੇਜ ਪ੍ਰਿੰਟ ਕਰਵਾ ਰਿਹਾ ਹੈ। ਠੀਕ ਹੈ, ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਫੰਕਸ਼ਨ ਦੀ ਡੇਟਾ ਟਾਈਪ ਲਿਖਦੇ ਹਾਂ। ਠੀਕ ਹੈ,
ਜੇ ਤੇ ਸਾਡੇ ਫੰਕਸ਼ਨ ਨੇ ਕੋਈ ਚੀਜ਼ ਰਿਟਰਨ ਕਰਨੀ ਆ ਤਾਂ ਅਸੀਂ ਆਪਣੇ ਫੰਕਸ਼ਨ ਦੀ ਜਿਹੜੀ ਡੇਟਾ ਟਾਈਪ ਆ ਉਸ ਨੂੰ ਆਪਣੇ ਡੇਟਾ ਦੇ ਹਿਸਾਬ ਦੇ ਨਾਲ ਰੱਖ ਸਕਦੇ ਆ। ਬਟ ਜੇ ਸਾਡੇ ਫੰਕਸ਼ਨ ਨੇ ਕੋਈ ਵੀ ਵੈਲਿਊ ਰਿਟਰਨ ਨਹੀਂ ਕਰਨੀ ਤਾਂ ਅਸੀਂ ਆਪਣੇ ਫੰਕਸ਼ਨ ਦੀ ਜਿਹੜੀ ਡੇਟਾ ਟਾਈਪ ਆ ਉਸ ਨੂੰ void ਰੱਖ ਸਕਦੇ ਹਾਂ। ਠੀਕ ਹੈ, ਸੋ ਮੈਂ ਇੱਕ ਸਿੰਪਲ ਜਿਹਾ ਫੰਕਸ਼ਨ ਕ੍ਰੀਏਟ ਕਰਾਂਗਾ, ਜ਼ਿਆਦਾ ਕੰਪਲੈਕਸ ਨਹੀਂ ਕਰਾਂਗੇ ਚੀਜ਼ਾਂ ਨੂੰ। ਸੋ ਇਹ ਫੰਕਸ਼ਨ ਅਸੀਂ ਸਿੰਪਲੀ ਇੱਕ ਮੈਸੇਜ ਪ੍ਰਿੰਟ ਕਰਾਉਣ ਵਾਸਤੇ ਕ੍ਰੀਏਟ ਕਰ ਰਹੇ ਹਾਂ। ਸੋ ਇਸ ਕਰਕੇ ਮੈਂ ਇੱਥੇ ਫੰਕਸ਼ਨ ਡਿਕਲੇਰੇਸ਼ਨ ਦੇ ਵਿੱਚ ਲਿਖਾਂਗਾ, ਆਪਣੇ ਫੰਕਸ਼ਨ ਦਾ ਨਾਮ ਦੇ ਦਾਂਗੇ ਸਟ੍ਰਿੰਗ। ਠੀਕ ਹੈ, ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਫੰਕਸ਼ਨ ਦੀ ਡੇਟਾ ਟਾਈਪ ਲਿਖਦੇ ਹਾਂ ਕਿ ਸਾਡਾ ਫੰਕਸ਼ਨ ਕਿਸ ਟਾਈਪ ਦਾ ਹੋਵੇਗਾ, ਉਸ ਤੋਂ ਬਾਅਦ ਕਿਸ ਟਾਈਪ ਦੀ ਵੈਲਿਊ ਸਾਨੂੰ ਰਿਟਰਨ ਕਰੇਗਾ। ਇੱਥੇ ਅਸੀਂ void ਲਿਖਿਆ ਕਿਉਂਕਿ ਅਸੀਂ ਸਿਰਫ ਆਪਣੇ ਫੰਕਸ਼ਨ ਦੇ ਕੋਲੋਂ ਇੱਕ ਮੈਸੇਜ ਹੀ ਪ੍ਰਿੰਟ ਕਰਾਉਣਾ। ਸੋ ਇਸ ਕਰਕੇ ਸਾਡੇ ਫੰਕਸ਼ਨ ਨੇ ਕੋਈ ਵੀ ਚੀਜ਼ ਰਿਟਰਨ ਨਹੀਂ ਕਰਨੀ। ਸੋ ਇਸ ਕਰਕੇ ਅਸੀਂ ਇੱਥੇ void ਲਿਖਿਆ ਹੋਇਆ ਕਿਉਂਕਿ void ਦਾ ਮੀਨਸ ਆ ਨਥਿੰਗ। ਸੋ ਡੇਟਾ ਟਾਈਪ ਲਿਖਣ ਤੋਂ ਬਾਅਦ ਅਸੀਂ ਆਪਣੇ ਫੰਕਸ਼ਨ ਦਾ ਨੇਮ ਲਿਖ ਸਕਦੇ ਹਾਂ, ਜਿਵੇਂ ਅਸੀਂ ਆਪਣੇ ਵੇਰੀਏਬਲ ਦਾ ਨੇਮ ਲਿਖਦੇ ਹਾਂ। ਸੋ ਉਸ ਤੋਂ ਬਾਅਦ ਹੁਣ ਅਸੀਂ ਬ੍ਰੈਕਟਸ ਨੂੰ ਸਟਾਰਟ ਕਰਦੇ ਹਾਂ, ਆਪਣੇ ਫੰਕਸ਼ਨ ਦੀਆਂ ਬ੍ਰੈਕਟਸ ਨੂੰ ਸਟਾਰਟ ਕਰਦੇ ਹਾਂ ਤੇ ਇਸ ਦੇ ਵਿੱਚ ਰਾਈਟ ਕਰਦੇ ਹਾਂ ਕਿ ਇਸ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਵੈਲਿਊ ਆ ਉਹ ਪਾਸ ਹੋਣੀ ਆ। ਠੀਕ ਹੈ, ਸੋ ਅਸੀਂ ਸਿਰਫ ਇੱਕ ਮੈਸੇਜ ਪ੍ਰਿੰਟ ਕਰਾਉਣ ਵਾਸਤੇ ਫੰਕਸ਼ਨ ਰਾਈਟ ਕਰ ਰਹੇ ਹਾਂ। ਸੋ ਇਸ ਕਰਕੇ ਮੈਂ ਇੱਥੇ void ਲਿਖ ਦੇਵਾਂਗਾ ਕਿ ਕਿਸੇ ਤਰ੍ਹਾਂ ਦੀ ਜਿਹੜੀ ਵੈਲਿਊ ਆ ਉਹ ਇਸ ਦੇ ਵਿੱਚ ਪਾਸ ਨਹੀਂ ਕੀਤੀ ਜਾਣੀ। ਬਟ ਜੇ ਤੁਸੀਂ ਇੱਕ ਇੰਟੀਜਰ ਟਾਈਪ ਦੀ ਵੈਲਿਊ ਆਪਣੇ ਫੰਕਸ਼ਨ ਦੇ ਅੰਦਰ ਪਾਸ ਕਰ ਰਹੇ ਹੋ ਤਾਂ ਤੁਸੀਂ ਇੱਥੇ ਇੰਟ ਲਿਖਣਾ ਹੈ। ਜੇ ਤੁਸੀਂ ਦੋ ਵੈਲਿਊਜ਼ ਪਾਸ ਕਰ ਰਹੇ ਹੋ ਇੰਟੀਜਰ ਟਾਈਪ ਦੀਆਂ ਤਾਂ ਤੁਸੀਂ ਇੰਟ ਕੌਮਾ ਇੰਟ ਕਰਕੇ ਇੱਥੇ ਲਿਖ ਸਕਦੇ ਹੋ। ਠੀਕ ਹੈ, ਸੋ ਇਹ ਸਾਡਾ ਜਿਹੜਾ ਫਸਟ ਸਟੈਪ ਸੀ ਫੰਕਸ਼ਨ ਡਿਕਲੇਰੇਸ਼ਨ ਦਾ, ਇਹ ਇੱਥੇ ਕੰਪਲੀਟ ਹੋ ਚੁੱਕਾ ਹੈ। ਤੇ ਯਾਦ ਰੱਖਿਓ ਕਿ ਫੰਕਸ਼ਨ ਡਿਕਲੇਰੇਸ਼ਨ ਜਦੋਂ ਅਸੀਂ ਕਰਦੇ ਹਾਂ ਤਾਂ ਬ੍ਰੈਕਟਸ ਤੋਂ ਬਾਅਦ ਅਸੀਂ ਸੈਮੀਕੋਲਨ ਲਗਾਉਂਦੇ ਹਾਂ। ਇਸ ਤੋਂ ਬਾਅਦ ਹੁਣ ਅਸੀਂ ਆਪਣੇ ਫੰਕਸ਼ਨ ਨੂੰ ਡਿਫਾਈਨ ਕਰ ਲੈਂਦੇ ਹਾਂ। ਸੋ ਫੰਕਸ਼ਨ ਜਿਹੜੀ ਡੈਫੀਨੇਸ਼ਨ ਆ ਉਹ ਤੁਸੀਂ ਮੇਨ ਫੰਕਸ਼ਨ ਤੋਂ ਉੱਪਰ ਵੀ ਕਰ ਸਕਦੇ ਹੋ ਤੇ ਮੇਨ ਫੰਕਸ਼ਨ ਤੋਂ ਬਾਅਦ ਵੀ ਕਰ ਸਕਦੇ ਹੋ। ਠੀਕ ਹੈ, ਮੈਂ ਮੇਨ ਫੰਕਸ਼ਨ ਤੋਂ ਬਾਅਦ ਹੀ ਕਰਾਂਗਾ। ਹੁਣ ਅਸੀਂ ਆਪਣਾ ਜਿਹੜਾ ਮੇਨ ਫੰਕਸ਼ਨ ਆ ਜੋ ਅਸੀਂ ਆਪਣੇ ਫੰਕਸ਼ਨ ਦੇ ਕੋਲੋਂ ਕਰਾਉਣਾ ਚਾਹੁੰਦੇ ਆ ਉਸ ਨੂੰ ਰਾਈਟ ਕਰਾਂਗਾ। ਜਿਹੜੀ ਫੰਕਸ਼ਨ ਦੀ ਡੈਫੀਨੇਸ਼ਨ ਆ ਉਹ ਵੀ ਅਸੀਂ ਜਿਵੇਂ ਇਹ ਡਿਕਲੇਰੇਸ਼ਨ ਕੀਤੀ ਹੋਈ ਆ ਉਸ ਤਰ੍ਹਾਂ ਹੀ ਰਾਈਟ ਕਰਦੇ ਆ। ਸਭ ਤੋਂ ਪਹਿਲਾਂ ਅਸੀਂ ਡੇਟਾ ਟਾਈਪ ਕਿ ਸਾਡਾ ਫੰਕਸ਼ਨ ਕਿਸ ਤਰ੍ਹਾਂ ਦਾ ਡੇਟਾ ਰਿਟਰਨ ਕਰੇਗਾ, ਉਸ ਤੋਂ ਬਾਅਦ ਫੰਕਸ਼ਨ ਦਾ ਨੇਮ ਤੇ ਉਸ ਤੋਂ ਬਾਅਦ ਉਸ ਦਾ ਆਰਗੂਮੈਂਟਸ। ਠੀਕ ਹੈ, ਸੋ ਇਸ ਦੇ ਵਿੱਚ ਅਸੀਂ ਕੋਈ ਵੀ ਵੈਲਿਊ ਨਹੀਂ ਪਾਸ ਕਰਵਾਉਣੀ। ਸੋ ਇਸ ਕਰਕੇ ਅਸੀਂ ਇੱਥੇ void ਲਿਖਿਆ ਹੋਇਆ। ਇਸ ਤੋਂ ਬਾਅਦ ਫੰਕਸ਼ਨ ਡੈਫੀਨੇਸ਼ਨ ਦੇ ਵਿੱਚ ਅਸੀਂ ਬ੍ਰੈਕਟਸ ਤੋਂ ਬਾਅਦ ਸੈਮੀਕੋਲਨ ਨਹੀਂ ਲਗਾਉਣੇ ਕਿਉਂਕਿ ਅਸੀਂ ਆਪਣਾ ਜਿਹੜਾ ਫੰਕਸ਼ਨ ਆ ਉਸ ਨੂੰ ਹਲੇ ਰਾਈਟ ਕਰਨਾ ਹੈ। ਇਸ ਫੰਕਸ਼ਨ ਦੇ ਕੋਲੋਂ ਬੇਸਿਕਲੀ ਅਸੀਂ ਸਿੰਪਲੀ ਇੱਕ ਮੈਸੇਜ ਪ੍ਰਿੰਟ ਕਰਾਉਣਾ ਚਾਹੁੰਦੇ ਆ ਤਾਂ ਅਸੀਂ ਇੱਥੇ ਲਿਖਾਂਗੇ printf। ਸਪੋਜ਼ ਕਰੋ ਕਿ ਚੈਨਲ ਦਾ ਨਾਮ ਹੀ ਪ੍ਰਿੰਟ ਕਰਵਾ ਲੈਂਦੇ ਇਸ ਫੰਕਸ਼ਨ ਦੇ ਕੋਲੋਂ ਜੀਤ ਕੋਡ। ਠੀਕ ਹੈ, ਇਹ ਸਾਡਾ ਇੱਕ ਫੰਕਸ਼ਨ ਕ੍ਰੀਏਟ ਹੋ ਚੁੱਕਾ ਹੈ। ਫੰਕਸ਼ਨ ਦੀ ਡਿਕਲੇਰੇਸ਼ਨ ਵੀ ਅਸੀਂ ਕਰ ਦਿੱਤੀ ਹੈ ਆਪਣੇ ਪ੍ਰੋਗਰਾਮ ਦੇ ਅੰਦਰ ਤੇ ਫੰਕਸ਼ਨ ਨੂੰ ਡਿਫਾਈਨ ਵੀ ਕਰ ਦਿੱਤਾ ਹੈ ਕਿ ਸਾਡਾ ਫੰਕਸ਼ਨ ਕੰਮ ਕੀ ਕਰੇਗਾ। ਸੋ ਫੰਕਸ਼ਨ ਡਿਕਲੇਰੇਸ਼ਨ ਅਸੀਂ ਕਿਉਂ ਕਰਦੇ ਹਾਂ? ਫੰਕਸ਼ਨ ਡਿਕਲੇਰੇਸ਼ਨ ਅਸੀਂ ਇਸ ਕਰਕੇ ਕਰਦੇ ਹਾਂ ਕਿਉਂਕਿ ਸਾਡੇ ਪ੍ਰੋਗਰਾਮ ਨੂੰ ਪਤਾ ਲੱਗ ਜਾਵੇ ਕਿ ਇਸ ਸਟ੍ਰਿੰਗ ਨਾਮ ਦਾ ਫੰਕਸ਼ਨ ਇਸ ਪੂਰੇ ਕੋਡ ਦੇ ਅੰਦਰ ਹੈਗਾ ਤੇ ਮੈਂ ਇਸ ਸਟ੍ਰਿੰਗ ਨਾਮ ਦੇ ਫੰਕਸ਼ਨ ਨੂੰ ਫਾਈਂਡ ਕਰਨਾ ਹੈ। ਠੀਕ ਹੈ, ਤੇ ਸਾਡਾ ਪ੍ਰੋਗਰਾਮ ਕਹਿੰਦਾ ਹੈ ਕਿ ਠੀਕ ਹੈ ਮੈਂ ਇਸ ਸਟ੍ਰਿੰਗ ਨਾਮ ਦੇ ਫੰਕਸ਼ਨ ਨੂੰ ਆਪਣੇ ਇਸ ਪੂਰੇ ਕੋਡ ਦੇ ਅੰਦਰ ਫਾਈਂਡ ਕਰ ਲਵਾਂਗਾ। ਅਸੀਂ ਬੇਸਿਕਲੀ ਫੰਕਸ਼ਨ ਦੇ ਦੋ ਸਟੈਪ ਨੂੰ ਕੰਪਲੀਟ ਕਰ ਲਿਆ ਹੋਇਆ। ਸਭ ਤੋਂ ਪਹਿਲਾਂ ਫੰਕਸ਼ਨ ਡਿਕਲੇਰੇਸ਼ਨ, ਉਸ ਤੋਂ ਬਾਅਦ ਫੰਕਸ਼ਨ ਡੈਫੀਨੇਸ਼ਨ। ਹੁਣ ਇਸ ਫੰਕਸ਼ਨ ਨੂੰ ਅਸੀਂ ਕਾਲ ਕਿਵੇਂ ਕਰਨਾ ਹੈ ਕਿ ਚੱਲਣਾ ਤਾਂ ਮੇਨ ਫੰਕਸ਼ਨ ਹੀ ਆ। ਸਭ ਤੋਂ ਪਹਿਲਾਂ ਜੋ ਐਗਜ਼ੀਕਿਊਸ਼ਨ ਹੋਣੀ ਆ ਉਹ ਸਾਡੇ ਮੇਨ ਫੰਕਸ਼ਨ ਦੇ ਵਿੱਚ ਹੀ ਹੋਣੀ ਆ। ਜੇ ਅਸੀਂ ਆਪਣੇ ਫੰਕਸ਼ਨ ਨੂੰ ਕਾਲ ਹੀ ਨਹੀਂ ਕਰਾਂਗੇ ਆਪਣੇ ਮੇਨ ਫੰਕਸ਼ਨ ਦੇ ਵਿੱਚ ਤੇ ਸਾਡਾ ਜਿਹੜਾ ਫੰਕਸ਼ਨ ਆ ਉਹ ਕਾਲ ਨਹੀਂ ਹੋਵੇਗਾ, ਉਹ ਸਿਰਫ ਸਾਡੇ ਕੋਡ ਦੇ ਅੰਦਰ ਰਾਈਟ ਕੀਤਾ ਹੋਇਆ ਰਹਿ ਜਾਏਗਾ। ਸਾਡੀ ਆਊਟਪੁੱਟ ਦੇ ਉੱਤੇ ਉਹ ਕੁਝ ਵੀ ਇੰਪੈਕਟ ਨਹੀਂ ਪਾ ਸਕੇਗਾ। ਠੀਕ ਹੈ, ਸੋ ਇਸ ਕਰਕੇ ਅਸੀਂ ਆਪਣੇ ਇਸ ਫੰਕਸ਼ਨ ਨੂੰ ਕਾਲ ਕਰਦੇ ਹਾਂ ਆਪਣੇ ਮੇਨ ਫੰਕਸ਼ਨ ਦੇ ਅੰਦਰ। ਕਾਲ ਕਰਨ ਵਾਸਤੇ ਅਸੀਂ ਸਿੰਪਲੀ ਲਿਖਾਂਗੇ ਫੰਕਸ਼ਨ ਨੇਮ ਸਟ੍ਰਿੰਗ ਤੇ ਬ੍ਰੈਕਟਸ। ਜਿਵੇਂ ਕਿ ਇਸ ਫੰਕਸ਼ਨ ਦੇ ਵਿੱਚ ਅਸੀਂ ਕੋਈ ਵੀ ਇੰਟੀਜਰ ਵੈਲਿਊਜ਼ ਨਹੀਂ ਪਾਸ ਕਰਵਾ ਰਹੇ
ਤਾਂ ਅਸੀਂ ਇਹਨਾਂ ਬ੍ਰੈਕਟਸ ਨੂੰ ਬਲੈਂਕ ਹੀ ਰਹਿਣ ਦੇਵਾਂਗੇ ਤੇ ਐਂਡ ਤੇ ਸੈਮੀਕੋਲਨ ਲਗਾ ਦੇਵਾਂਗੇ। ਤੇ ਇੱਥੇ ਮੈਂ ਇੱਕ ਕਮੈਂਟ ਦੇ ਵਿੱਚ ਲਿਖ ਦਿੰਦਾ ਕਿ ਇਹ ਸਾਡੀ ਜਿਹੜੀ ਫੰਕਸ਼ਨ ਕਾਲਿੰਗ ਹੋ ਚੁੱਕੀ ਆ, ਕਿ ਅਸੀਂ ਆਪਣੇ ਇਸ ਸਟ੍ਰਿੰਗ ਨਾਮ ਦੇ ਫੰਕਸ਼ਨ ਨੂੰ ਕਾਲ ਕਰ ਲਿਆ ਹੋਇਆ ਆਪਣੇ ਮੇਨ ਫੰਕਸ਼ਨ ਦੇ ਵਿੱਚ। ਤੇ ਹੁਣ ਸਾਡਾ ਜਿਹੜਾ ਇਹ ਸਟ੍ਰਿੰਗ ਨਾਮ ਦਾ ਫੰਕਸ਼ਨ ਆ ਇਹ ਸਾਡੇ ਮੇਨ ਫੰਕਸ਼ਨ ਦੇ ਅੰਦਰ ਚੱਲੇਗਾ ਤੇ ਇਹ ਜਿਹੜਾ ਫੰਕਸ਼ਨ ਹੈ ਜੋ ਵੀ ਕੁਝ ਪ੍ਰਿੰਟ ਕਰਵਾਵੇਗਾ, ਜੋ ਵੀ ਆਪਰੇਸ਼ਨ ਕਰੇਗਾ, ਉਹ ਸਾਡੀ ਆਊਟਪੁੱਟ ਦੇ ਵਿੱਚ ਸ਼ੋ ਹੋਣਗੇ। ਸੋ ਹੁਣ ਜਰਾ ਬਰੀਫਲੀ ਤਰੀਕੇ ਦੇ ਨਾਲ ਦੇਖ ਲੈਂਦੇ ਆ ਬੇਸਿਕਲੀ ਇਹ ਜਿਹੜੇ ਤਿੰਨੇ ਸਟੈਪਸ ਨੇ ਇਹ ਕੰਮ ਕਿਵੇਂ ਕਰ ਰਹੇ ਨੇ। ਸਭ ਤੋਂ ਪਹਿਲਾਂ ਸਾਡਾ ਜਿਹੜਾ ਪ੍ਰੋਗਰਾਮ ਉਹ ਚੱਲੇਗਾ, ਇੱਥੇ ਦੇਖੇਗਾ ਕਿ ਇੱਕ ਸਟ੍ਰਿੰਗ ਨਾਮ ਦਾ ਫੰਕਸ਼ਨ ਹੈ ਇਸ ਪੂਰੇ ਕੋਡ ਦੇ ਵਿੱਚ, ਤੇ ਸਾਡਾ ਪ੍ਰੋਗਰਾਮ ਕਹੇਗਾ ਕਿ ਠੀਕ ਹੈ ਮੈਂ ਉਸ ਨੂੰ ਫਾਈਂਡ ਕਰ ਲਵਾਂਗਾ। ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਸ ਦੀ ਐਗਜ਼ੀਕਿਊਸ਼ਨ ਸਭ ਤੋਂ ਪਹਿਲਾਂ ਮੇਨ ਫੰਕਸ਼ਨ ਤੋਂ ਸਟਾਰਟ ਹੁੰਦੀ ਆ। ਸਾਡਾ ਪ੍ਰੋਗਰਾਮ ਮੇਨ ਫੰਕਸ਼ਨ ਤੋਂ ਹੀ ਸਟਾਰਟ ਹੁੰਦਾ। ਜੇ ਮੇਨ ਫੰਕਸ਼ਨ ਨਹੀਂ ਹੋਵੇਗਾ ਤਾਂ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਐਗਜ਼ੀਕਿਊਟ ਨਹੀਂ ਹੋਵੇਗਾ। ਮੇਨ ਫੰਕਸ਼ਨ ਐਗਜ਼ੀਕਿਊਟ ਹੋਵੇਗਾ, ਉਸ ਤੋਂ ਬਾਅਦ ਅਸੀਂ ਮੇਨ ਫੰਕਸ਼ਨ ਦੇ ਵਿੱਚ ਕਾਲ ਕੀਤਾ ਹੋਇਆ ਆਪਣੇ ਸਟ੍ਰਿੰਗ ਨਾਮ ਦੇ ਫੰਕਸ਼ਨ ਨੂੰ। ਹੁਣ ਸਾਡਾ ਜਿਹੜਾ ਫੰਕਸ਼ਨ ਆ ਉਹ ਕਹੇਗਾ ਕਿ ਉੱਪਰ ਦੱਸਿਆ ਸੀ ਕਿ ਸਟ੍ਰਿੰਗ ਨਾਮ ਦਾ ਇੱਕ ਫੰਕਸ਼ਨ ਹੈ, ਤੇ ਉਸ ਸਟ੍ਰਿੰਗ ਨਾਮ ਦੇ ਫੰਕਸ਼ਨ ਨੂੰ ਸਾਡਾ ਜਿਹੜਾ ਪ੍ਰੋਗਰਾਮ ਉਹ ਫਾਈਂਡ ਕਰੇਗਾ ਤੇ ਫਾਈਨਲੀ ਉਸ ਨੂੰ ਇਹ ਸਟ੍ਰਿੰਗ ਨਾਮ ਦਾ ਜਿਹੜਾ ਫੰਕਸ਼ਨ ਆ ਉਹ ਮਿਲ ਗਿਆ। ਤੇ ਜੋ ਵੀ ਅਸੀਂ ਇਸ ਸਟ੍ਰਿੰਗ ਨਾਮ ਦੇ ਫੰਕਸ਼ਨ ਦੇ ਵਿੱਚ ਆਪਰੇਸ਼ਨ ਜਾਂ ਕੋਡ ਲਿਖਿਆ ਹੋਇਆ ਉਹ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਾਡੇ ਆਊਟਪੁੱਟ ਦੇ ਵਿੱਚ ਪ੍ਰਿੰਟ ਕਰਵਾ ਦੇਵੇਗਾ। ਇਸ ਤਰ੍ਹਾਂ ਇਹ ਸਾਡਾ ਜਿਹੜਾ ਫੰਕਸ਼ਨ ਆ ਇਸ ਦਾ ਸਾਈਕਲ ਚੱਲਦਾ ਹੈ। ਇਹ ਮੈਂ ਇੱਕ ਬੇਸਿਕ ਜਿਹਾ ਫੰਕਸ਼ਨ ਕ੍ਰੀਏਟ ਕੀਤਾ ਹੋਇਆ। ਹੁਣ ਆਪਣੇ ਇਸ ਪ੍ਰੋਗਰਾਮ ਨੂੰ ਸੇਵ ਕਰਦੇ ਹਾਂ ਤੇ ਐਗਜ਼ੀਕਿਊਟ ਕਰਕੇ ਦੇਖਦੇ ਹਾਂ ਕਿ ਸਾਡਾ ਜਿਹੜਾ ਸਟ੍ਰਿੰਗ ਫੰਕਸ਼ਨ ਆ ਉਹ ਐਗਜ਼ੀਕਿਊਟ ਹੋ ਵੀ ਰਿਹਾ ਜਾਂ ਨਹੀਂ ਹੋ ਰਿਹਾ। ਸੋ ਐਗਜ਼ੀਕਿਊਟ ਕਰਦੇ ਹਾਂ, ਸਾਡਾ ਪ੍ਰੋਗਰਾਮ ਐਗਜ਼ੀਕਿਊਟ ਹੋ ਰਿਹਾ। ਸੋ ਜਿਵੇਂ ਕਿ ਤੁਸੀਂ ਟਰਮੀਨਲ ਦੇ ਵਿੱਚ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਸਟ੍ਰਿੰਗ ਆ ਜੀਤ ਕੋਡ ਉਹ ਪ੍ਰਿੰਟ ਹੋ ਚੁੱਕੀ ਆ। ਬਾਕੀ ਜੇ ਤੁਸੀਂ ਚਾਹੋ ਤਾਂ ਇਸ ਫੰਕਸ਼ਨ ਦੇ ਵਿੱਚ ਤੁਸੀਂ ਹੋਰ ਵੀ ਪ੍ਰਿੰਟ ਐਫ ਲਗਾ ਕੇ ਜੋ ਤੁਸੀਂ ਚਾਹੋ ਮੈਸੇਜ ਪ੍ਰਿੰਟ ਕਰਵਾ ਸਕਦੇ ਹੋ। ਸੋ ਮੈਂ ਇੱਥੇ ਇੱਕ ਪ੍ਰਿੰਟ ਐਫ ਲਗਾ ਕੇ ਮੈਸੇਜ ਹੋਰ ਪ੍ਰਿੰਟ ਕਰਵਾ ਦਿੰਦਾ, ਡਬਲ ਕੋਟਸ ਦੇ ਅੰਦਰ ਲਿਖਾਂਗਾ। ਸੋ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਪਣੇ ਸਟ੍ਰਿੰਗ ਫੰਕਸ਼ਨ ਦੇ ਵਿੱਚ 2 ਪ੍ਰਿੰਟ ਐਫ ਲਗਾ ਦਿੱਤੇ ਹੋਏ ਨੇ। ਹੁਣ ਇਸ ਪ੍ਰੋਗਰਾਮ ਨੂੰ ਸੇਵ ਕਰਦੇ ਹਾਂ ਤੇ ਐਗਜ਼ੀਕਿਊਟ ਕਰਦੇ ਹਾਂ ਤੇ ਆਊਟਪੁੱਟ ਦੇਖਦੇ ਹਾਂ। ਤੁਸੀਂ ਇੱਥੇ ਟਰਮੀਨਲ ਦੇ ਵੀ ਦੇਖ ਸਕਦੇ ਹੋ ਆ ਰਿਹਾ ਹੈਲੋ ਵੈਲਕਮ ਜੀਤ ਕੋਡ, ਠੀਕ ਹੈ। ਸੋ ਇਹ ਸੀ ਇੱਕ ਬੇਸਿਕ ਜਿਹਾ ਫੰਕਸ਼ਨ। ਸੋ ਇਹ ਸੀ ਜੀ ਵੀਡੀਓ ਕਿ ਫੰਕਸ਼ਨ ਨੂੰ ਕਿਵੇਂ ਅਸੀਂ ਡਿਕਲੇਅਰ ਕਰ ਸਕਦੇ ਹਾਂ ਆਪਣੇ ਪ੍ਰੋਗਰਾਮ ਦੇ ਅੰਦਰ, ਤੇ ਫੰਕਸ਼ਨ ਨੂੰ ਕਿਵੇਂ ਕਾਲ ਕਰ ਸਕਦੇ ਹਾਂ ਤੇ ਫੰਕਸ਼ਨ ਨੂੰ ਡਿਫਾਈਨ ਕਿਵੇਂ ਕਰ ਸਕਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਫੰਕਸ਼ਨ ਨੂੰ ਹੋਰ ਡਿਟੇਲ ਦੇ ਵਿੱਚ ਸਮਝਾਂਗੇ। ਸੋ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਜੇ ਕੋਈ ਵੀ ਕੁਐਸਚਨ ਹੋਵੇ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਮੇਰੇ ਚੈਨਲ ਜੀਤ ਕੋਡ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।